ਪਰ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਐਂਬੂਲੈਂਸ ਤਾਂ ਆर्यन ਦੀ ਡੈੱਡ ਬੋਡੀ ਸੀ ਤੇ ਉਸ ਨਾਲ ਆर्यन ਦੀ ਦੂਜੀ ਪਤਨੀ ਵੀ ਸੀ। ਉਸਨੇ ਦੱਸਿਆ ਕਿ ਆर्यन ਦਾ ਐਕਸੀਡੈਂਟ ਹੋ ਗਿਆ ਹੈ ਤੇ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਜਾ ਚੁੱਕਾ ਹੈ। ਇਹ ਸੁਣ ਕੇ ਆर्यन ਦੀ ਮਾਂ ਉੱਚੀ ਉੱਚੀ ਰੋਣ ਲੱਗੀ। ਸਭਾ ਤਾਂ ਜਿਵੇਂ ਪੱਥਰ ਹੀ ਬਣ ਗਈ ਸੀ। ਘਰ 'ਚ ਸਾਰਿਆਂ ਦੀ ਹਾਲਤ ਬਹੁਤ ਖਰਾਬ ਸੀ। ਕਿਸੇ ਨੂੰ ਵੀ ਇਸ ਖਬਰ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਆर्यन ਦੀ ਦੂਜੀ ਪਤਨੀ ਵੀ ਬਹੁਤ ਰੋ ਰਹੀ ਸੀ। ਮੈਂ ਸਭਾ ਨੂੰ ਸੰਭਾਲਿਆ। ਸਭਾ ਬਿਲਕੁਲ ਆਪਣੇ ਹੋਸ਼ 'ਚ ਨਹੀਂ ਸੀ। ਆर्यन ਦੀ ਮੌਤ ਨੂੰ 3 ਮਹੀਨੇ ਲੰਘ ਚੁੱਕੇ ਸਨ, ਪਰ ਸਾਡੇ ਘਰ ਵਾਲਿਆਂ ਲਈ ਤਾਂ ਜਿਵੇਂ ਸਮਾਂ ਰੁਕ ਜਿਹਾ ਗਿਆ ਸੀ। ਆर्यन ਦੀ ਮਾਂ ਵੀ ਹਰ ਸਮੇਂ ਰੋਂਦੀ ਰਹਿੰਦੀ ਸੀ। ਰਿਹਾਨ ਵੀ ਆਪਣੇ ਆਪ ਨੂੰ ਕੋਸਦੇ ਰਹਿੰਦੇ। ਉਹ ਕਹਿੰਦੇ ਕਿ ਕਾਸ਼ ਉਹਨਾਂ ਨੇ ਉਸ ਦਿਨ ਆर्यन ਨੂੰ ਰੋਕ ਲਿਆ ਹੁੰਦਾ ਤਾਂ ਸ਼ਾਇਦ ਉਸ ਦਾ ਐਕਸੀਡੈਂਟ ਨਾ ਹੁੰਦਾ ਤੇ ਉਹ ਸਾਡੇ ਨਾਲ ਹੁੰਦਾ। ਆर्यन ਦੀ ਦੂਜੀ ਪਤਨੀ ਵੀ ਅਜੇ ਤੱਕ ਸਦਮੇ 'ਚ ਸੀ। ਉਹ ਹੁਣ ਸਾਡੇ ਘਰ ਹੀ ਰਹਿੰਦੀ ਸੀ। ਸਾਰੇ ਉਸ ਨਾਲ ਬਹੁਤ ਨਫ਼ਰਤ ਕਰਦੇ ਸਨ ਤੇ ਸਾਰਾ ਦਿਨ ਉਸ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਸਨ। ਉਹ ਸਾਰਾ ਦਿਨ ਪੂਰੇ ਘਰ ਵਾਲਿਆਂ ਦੇ ਤਾਨੇ ਸੁਣਦੀ ਰਹਿੰਦੀ, ਪਰ ਕਿਸੇ ਨੂੰ ਕੋਈ ਜਵਾਬ ਨਾ ਦਿੰਦੀ। ਸਭਾ ਵੀ ਸਾਰਾ ਦਿਨ ਆਪਣੇ ਕਮਰੇ 'ਚ ਬੰਦ ਰਹਿੰਦੀ ਸੀ। ਸਭਾ ਕਹਿੰਦੀ ਸੀ ਕਿ ਇਹਨਾਂ ਸਾਰਿਆਂ 'ਚ ਸਭ ਤੋਂ ਵੱਡਾ ਨੁਕਸਾਨ ਤਾਂ ਮੇਰਾ ਹੋਇਆ ਹੈ। ਮੈਂ ਆਪਣੇ ਪਤੀ ਨੂੰ ਗਵਾ ਦਿੱਤਾ। ਆर्यन ਦੀ ਦੂਜੀ ਪਤਨੀ ਮਾਂ ਬਣਨ ਵਾਲੀ ਸੀ। ਜਦੋਂ ਇਹ ਗੱਲ ਆर्यन ਦੀ ਮਾਂ ਨੂੰ ਪਤਾ ਲੱਗੀ ਤਾਂ ਆर्यन ਦੀ ਮਾਂ ਤੇ ਭੈਣ ਨੇ ਉਸ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਉਸ ਦੇ ਖਾਣ ਪੀਣ ਦਾ ਖਿਆਲ ਰੱਖਦੀਆਂ। ਇਹ ਦੇਖ ਕੇ ਸਭਾ ਉਸ ਨਾਲ ਬਹੁਤ ਨਫ਼ਰਤ ਕਰਦੀ ਤੇ ਕਹਿੰਦੀ ਸੀ ਕਿ ਇਹ ਬੱਚਾ ਮੇਰੀ ਕੁੱਖ 'ਚੋਂ ਪੈਦਾ ਨਹੀਂ ਹੋ ਸਕਦਾ ਸੀ। ਇਸ ਔਰਤ ਨੇ ਪਹਿਲਾਂ ਮੇਰਾ ਪਤੀ ਮੇਥੋਂ ਖੋਹ ਲਿਆ ਤੇ ਹੁਣ ਸਾਰਿਆਂ ਤੋਂ ਆਪਣੇ ਨਖਰੇ ਉਠਵਾ ਰਹੀ ਹੈ। ਆर्यन ਦੀ ਮਾਂ ਆर्यन ਦੀ ਦੂਜੀ ਪਤਨੀ ਨੂੰ ਕੁਝ ਵੀ ਕੰਮ ਨਾ ਕਰਨ ਦਿੰਦੀ ਤੇ ਹਰ ਸਮੇਂ ਉਸ ਦੀ ਚਿੰਤਾ ਕਰਦੀ ਰਹਿੰਦੀ। ਸਭਾ ਤੋਂ ਇਹ ਸਭ ਕੁਝ ਨਹੀਂ ਦੇਖਿਆ ਜਾਂਦਾ ਸੀ। ਉਹ ਜ਼ਿਆਦਾਤਰ ਮਾਂ ਤੇ ਪਿਤਾ ਜੀ ਕੋਲ ਹੀ ਰਹਿੰਦੀ ਸੀ। ਮਾਂ ਵੀ ਹੁਣ ਜ਼ਿਆਦਾਤਰ ਬਿਮਾਰੀ ਹੀ ਰਹਿੰਦੀ ਸੀ, ਇਸ ਲਈ ਉਹਨਾਂ ਨੂੰ ਸਭਾ ਦਾ ਸਹਾਰਾ ਮਿਲ ਜਾਂਦਾ। ਇੱਕ ਦਿਨ ਉਸ ਲੜਕੀ ਦੀ ਤਬੀਅਤ ਖਰਾਬ ਹੋਈ ਤਾਂ ਆर्यन ਦੀ ਮਾਂ ਉਸ ਨੂੰ ਹਸਪਤਾਲ ਲੈ ਕੇ ਗਈ। ਕੁਝ ਦੇਰ ਬਾਅਦ ਪਤਾ ਲੱਗਿਆ ਕਿ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਆर्यन ਦੀ ਮਾਂ ਤੇ ਭੈਣ ਬਹੁਤ ਖੁਸ਼ ਹੋਈਆਂ। ਉਹਨਾਂ ਨੂੰ ਲੱਗਿਆ ਕਿ ਜਿਵੇਂ ਉਹਨਾਂ ਦਾ ਬੇਟਾ ਵਾਪਸ ਆ ਗਿਆ ਹੋਵੇ। ਖੁਸ਼ੀ-ਖੁਸ਼ੀ ਉਹਨਾਂ ਨੇ ਆਪਣੇ ਘਰ ਲੈ ਕੇ ਆਈਆਂ। ਪਰ ਕੁਝ ਦਿਨਾਂ ਬਾਅਦ ਹੀ ਉਸ ਲੜਕੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਘਰ ਜਾ ਰਹੀ ਹੈ। ਇਹ ਸੁਣ ਕੇ ਆर्यन ਦੀ ਮਾਂ ਨੂੰ ਧੱਕਾ ਲੱਗਿਆ। ਆर्यन ਦੀ ਮਾਂ ਨੇ ਕਿਹਾ ਕਿ ਉਸ ਨੇ ਇੱਥੋਂ ਜਾਣਾ ਹੈ ਤਾਂ ਜਾਵੇ, ਪਰ ਉਹ ਆਪਣੇ ਬੇਟੇ ਦੀ ਨਿਸ਼ਾਨੀ ਨੂੰ ਕਿਤੇ ਨਹੀਂ ਜਾਣ ਦੇਵੇਗੀ। ਪਰ ਉਸ ਲੜਕੀ ਨੇ ਕਿਹਾ ਕਿ ਉਹ ਉਸ ਦੇ ਪਤੀ ਦੀ ਨਿਸ਼ਾਨੀ ਹੈ, ਉਸ ਨੂੰ ਹਮੇਸ਼ਾ ਆਪਣੇ ਨਾਲ ਹੀ ਰੱਖੇਗੀ। ਉਸਨੇ ਆर्यन ਦੀ ਮਾਂ ਤੋਂ ਬੱਚਾ ਲਿਆ ਤੇ ਗੱਡੀ 'ਚ ਬੈਠ ਕੇ ਚਲੀ ਗਈ ਤੇ ਆर्यन ਦੀ ਮਾਂ ਰੋਂਦੀ ਰਹਿ ਗਈ। ਇੱਕ ਦਿਨ ਆर्यन ਦੇ ਭਰਾ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਸਭਾ ਨਾਲ ਵਿਆਹ ਕਰਨਾ ਚਾਹੁੰਦਾ ਹੈ। ਆर्यन ਦੀ ਮਾਂ ਮੰਨ ਗਈ, ਪਰ ਸਭਾ ਵਿਆਹ ਲਈ ਨਹੀਂ ਮੰਨੀ। ਫਿਰ ਮਾਂ ਨੇ ਉਸ ਨੂੰ ਕਿਹਾ ਕਿ ਤੂੰ ਪਹਿਲਾਂ ਵੀ ਆਪਣੀ ਮਰਜ਼ੀ ਕੀਤੀ ਸੀ, ਜਿਸ ਦਾ ਨਤੀਜਾ ਤੂੰ ਭੁਗਤ ਚੁੱਕੀ ਹੈ। ਇਸ ਵਾਰ ਸਾਡੀ ਗੱਲ ਮੰਨ ਲੈ। ਮਾਂ ਦੀ ਇਹ ਗੱਲ ਸੁਣ ਕੇ ਸਭਾ ਮੰਨ ਗਈ ਤੇ ਉਹਨਾਂ ਦੋਵਾਂ ਦਾ ਵਿਆਹ ਹੋ ਗਿਆ। ਸਭਾ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਤੇ ਉਹ ਘਰ ਦਾ ਕੁਝ ਕੰਮ ਵੀ ਨਹੀਂ ਕਰਦੀ ਸੀ। ਰਿਹਾਨ ਵੀ ਮੇਰੇ ਨਾਲ ਉਦੋਂ ਹੀ ਗੱਲ ਕਰਦੇ ਜਦੋਂ ਉਹਨਾਂ ਨੂੰ ਮੇਰੇ ਤੋਂ ਕੋਈ ਕੰਮ ਹੁੰਦਾ ਸੀ। ਸਭਾ ਆਪਣਾ ਤੇ ਆਪਣੇ ਪਤੀ ਦਾ ਕੰਮ ਕਰਦੀ ਤੇ ਆਪਣੇ ਕਮਰੇ 'ਚ ਚਲੀ ਜਾਂਦੀ। ਸਾਰੇ ਘਰ ਦਾ ਕੰਮ ਮੈਨੂੰ ਇਕੱਲੀ ਨੂੰ ਕਰਨਾ ਪੈਂਦਾ ਸੀ। ਰਿਹਾਨ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੀ। ਸਮਝ ਨਹੀਂ ਆਉਂਦਾ ਸੀ ਕਿ ਜਦੋਂ ਰਿਹਾਨ ਮੈਨੂੰ ਪਸੰਦ ਨਹੀਂ ਕਰਦਾ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ ਸੀ। ਜੇਕਰ ਉਹਨਾਂ ਨੂੰ ਘਰ 'ਚ ਕੰਮ ਕਰਨ ਵਾਲੀ ਚਾਹੀਦੀ ਸੀ ਤਾਂ ਉਹ ਕਿਸੇ ਨੌਕਰਾਨੀ ਨੂੰ ਹੀ ਰੱਖ ਲੈਂਦੇ। ਮੇਰੇ ਨਾਲ ਵਿਆਹ ਕਰਨ ਦਾ ਕੀ ਮਕਸਦ ਸੀ। ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹਾਂ। ਡਾਕਟਰ ਨੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਕਿਉਂਕਿ ਮੈਂ ਬਹੁਤ ਕਮਜ਼ੋਰ ਹੋ ਗਈ ਸੀ, ਪਰ ਆर्यन ਦੀ ਭੈਣ ਸੀਮਾ ਨੇ ਮੈਨੂੰ ਕਿਹਾ ਕਿ ਇਸ ਹਾਲਤ 'ਚ ਜ਼ਿਆਦਾ ਆਰਾਮ ਕਰੇਂਗੀ ਤਾਂ ਤੇਰਾ ਬੱਚਾ ਬਹੁਤ ਸੁਸਤ ਹੋਵੇਗਾ। ਉਹ ਮੇਰੇ ਤੋਂ ਸਾਰਾ ਦਿਨ ਘਰ ਦਾ ਕੰਮ ਕਰਵਾਉਂਦੀ ਤੇ ਕੰਮ ਕਰਕੇ ਮੈਂ ਬਹੁਤ ਜ਼ਿਆਦਾ ਥੱਕ ਜਾਂਦੀ ਸੀ। ਰਿਹਾਨ ਨੂੰ ਵੀ ਮੇਰੀ ਬਿਲਕੁਲ ਫਿਕਰ ਨਹੀਂ ਸੀ। ਦੂਜੇ ਪਾਸੇ ਸਭਾ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਉਸ ਦਾ ਪਤੀ ਉਸ ਤੇ ਜਾਨ ਛਿੜਕਦਾ ਸੀ। ਕਦੇ ਉਸ ਨੂੰ ਘੁਮਾਉਣ ਲੈ ਕੇ ਜਾਂਦਾ, ਕਦੇ ਸ਼ਾਪਿੰਗ ਕਰਵਾਉਣ ਲਈ ਲਿਜਾਂਦਾ। ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੇਰੇ ਅੰਦਰ ਅਜਿਹੀ ਕੀ ਕਮੀ ਹੈ ਜੋ ਰਿਹਾਨ ਮੈਨੂੰ ਪਸੰਦ ਨਹੀਂ ਕਰਦਾ, ਤੇ ਸਭਾ 'ਚ ਆਖਰ ਅਜਿਹੀ ਕੀ ਗੱਲ ਹੈ ਜੋ ਉਸ ਦਾ ਪਤੀ ਉਸ ਲਈ ਸਭ ਕੁਝ ਕਰਨ ਨੂੰ ਤਿਆਰ ਹੈ।
ਜਦੋਂ ਕਦੇ ਮੈਂ ਰਿਹਾਨ ਨੂੰ ਸ਼ਿਕਾਇਤ ਕਰਦੀ ਤਾਂ ਰਿਹਾਨ ਕਹਿੰਦਾ ਕਿ ਤੈਨੂੰ ਦੂਜਿਆਂ ਨਾਲ ਬਹਿਸ ਕਰਨ ਦੀ ਕੋਈ ਲੋੜ ਨਹੀਂ ਹੈ। ਇੱਕ ਦਿਨ ਜਦੋਂ ਮੈਂ ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਆਪਣੇ ਕਮਰੇ 'ਚ ਆਰਾਮ ਕਰਨ ਲਈ ਆਈ ਤਾਂ ਸੀਮਾ ਕਮਰੇ 'ਚ ਆ ਗਈ। ਉਸਨੇ ਮੈਨੂੰ ਕਿਹਾ ਕਿ ਉਸ ਦੀਆਂ ਸਹੇਲੀਆਂ ਆ ਰਹੀਆਂ ਹਨ, ਉਹਨਾਂ ਲਈ ਮੈਂ ਖਾਣਾ ਬਣਾਵਾਂ। ਮੈਂ ਉਸਨੂੰ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ, ਖਾਣਾ ਬਾਹਰੋਂ ਮੰਗਵਾ ਲੈ। ਤਾਂ ਉਸਨੇ ਰਿਹਾਨ ਨੂੰ ਫੋਨ ਕੀਤਾ ਤਾਂ ਥੋੜੇ ਚਿਰ ਬਾਅਦ ਰਿਹਾਨ ਦਾ ਫੋਨ ਆਇਆ ਤੇ ਉਸਨੇ ਕਿਹਾ ਕਿ ਜੇਕਰ ਤੂੰ ਘਰ 'ਚ ਕਿਸੇ ਦੀ ਗੱਲ ਨਾ ਮੰਨੀ ਤਾਂ ਤੈਨੂੰ ਘਰੋਂ ਕੱਢ ਦੇਵਾਂਗਾ। ਮੈਂ ਉਸ ਦਿਨ ਬਹੁਤ ਕੰਮ ਕੀਤਾ ਜਿਸ ਕਰਕੇ ਮੈਨੂੰ ਚੱਕਰ ਆ ਗਿਆ ਤੇ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਸੀ। ਡਾਕਟਰ ਨੇ ਮੈਨੂੰ ਦੱਸਿਆ ਕਿ ਮੇਰਾ ਗਰਭਪਾਤ ਹੋ ਗਿਆ ਹੈ। ਇਹ ਸੁਣਦੇ ਹੀ ਮੇਰੀ ਆਖਰੀ ਉਮੀਦ ਵੀ ਟੁੱਟ ਗਈ। ਮੈਨੂੰ ਲੱਗਦਾ ਸੀ ਕਿ ਸ਼ਾਇਦ ਸਾਡਾ ਬੱਚਾ ਹੋਣ ਤੋਂ ਬਾਅਦ ਰਿਹਾਨ ਠੀਕ ਹੋ ਜਾਵੇ, ਪਰ ਹੁਣ ਤਾਂ ਉਹ ਵੀ ਸਹਾਰਾ ਨਹੀਂ ਰਿਹਾ ਸੀ। ਮੇਰੀਆਂ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਸਨ। ਮਾਂ ਤੇ ਪਿਤਾ ਜੀ ਨੂੰ ਪਤਾ ਲੱਗਿਆ ਤਾਂ ਉਹ ਮੈਨੂੰ ਮਿਲਣ ਆਏ। ਉਹਨਾਂ ਨੇ ਮੈਨੂੰ ਕਿਹਾ ਕਿ ਬੇਟੀ ਸਬਰ ਕਰ, ਸਭ ਠੀਕ ਹੋ ਜਾਵੇਗਾ। ਪਤਾ ਨਹੀਂ ਮੈਨੂੰ ਕਿਸ ਪਾਪ ਦੀ ਸਜ਼ਾ ਮਿਲ ਰਹੀ ਸੀ। ਮੈਂ ਤਾਂ ਕਦੇ ਵੀ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਸੀ। ਮੈਂ ਆਪਣੇ ਕਮਰੇ 'ਚ ਰਹਿੰਦੀ, ਸਭਾ ਮੈਨੂੰ ਖਾਣਾ ਦੇ ਕੇ ਜਾਂਦੀ ਤਾਂ ਮੈਂ ਖਾ ਲੈਂਦੀ ਸੀ। ਬਾਕੀ ਕਿਸੇ ਘਰ ਵਾਲੇ ਨੂੰ ਜਾਂ ਰਿਹਾਨ ਨੂੰ ਮੇਰੀ ਕੋਈ ਚਿੰਤਾ ਨਹੀਂ ਸੀ। ਸੀਮਾ ਦੇ ਬੇਟੇ ਦੀ ਨੌਕਰੀ ਲੱਗ ਗਈ ਸੀ, ਇਸ ਲਈ ਉਹ ਅਲੱਗ ਘਰ 'ਚ ਸ਼ਿਫਟ ਹੋ ਗਈ ਤੇ ਹੁਣ ਉਹ ਆਪਣੇ ਬੇਟੇ ਦਾ ਵਿਆਹ ਕਰ ਰਹੀ ਸੀ। ਸੀਮਾ ਨੇ ਮੈਨੂੰ ਕਿਹਾ ਸੀ ਕਿ ਮੈਂ ਕੁਝ ਦਿਨ ਪਹਿਲਾਂ ਹੀ ਉਸਦੇ ਘਰ ਆ ਜਾਵਾਂ ਤਾਂ ਕਿ ਉਸਦਾ ਕੰਮ 'ਚ ਹੱਥ ਵਟਾ ਸਕਾਂ। ਜਦੋਂ ਮੈਂ ਰਿਹਾਨ ਨੂੰ ਕਿਹਾ ਕਿ ਉਹ ਮੈਨੂੰ ਸੀਮਾ ਦੇ ਘਰ ਛੱਡ ਆਵੇ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਸਭਾ ਤਾਂ ਪਹਿਲਾਂ ਹੀ ਵਿਆਹ 'ਚ ਜਾ ਚੁੱਕੀ ਸੀ ਤੇ ਉਸਦੇ ਪਤੀ ਨੇ ਉਸਨੂੰ ਬਹੁਤ ਸਾਰੀ ਸ਼ਾਪਿੰਗ ਵੀ ਕਰਵਾਈ ਸੀ। ਮੈਂ ਰਿਹਾਨ ਨੂੰ ਕਿਹਾ ਕਿ ਮੈਨੂੰ ਵੀ ਸ਼ਾਪਿੰਗ ਕਰਵਾ ਦਿਓ ਤਾਂ ਉਹਨਾਂ ਕਿਹਾ ਕਿ ਘਰ 'ਚ ਬਹੁਤ ਸਾਰੇ ਕੱਪੜੇ ਪਏ ਹਨ, ਉਹਨਾਂ 'ਚੋਂ ਹੀ ਕੁਝ ਪਾ ਲੈਣਾ, ਉੱਥੇ ਲੋਕ ਤੈਨੂੰ ਦੇਖਣ ਨਹੀਂ ਆ ਰਹੇ। ਮਹਿੰਦੀ ਵਾਲੇ ਦਿਨ ਰਿਹਾਨ ਮੈਨੂੰ ਸੀਮਾ ਦੇ ਘਰ ਲੈ ਕੇ ਗਿਆ। ਜਾਂਦੇ ਹੀ ਸੀਮਾ ਮੈਨੂੰ ਤਾਨੇ ਦੇਣ ਲੱਗੀ ਕਿ ਮੈਂ ਹੁਣ ਆਈ ਹਾਂ ਮਹਿਮਾਨਾਂ ਵਾਂਗ, ਜੇਕਰ ਉਸਦਾ ਕੰਮ ਨਹੀਂ ਕਰਨਾ ਸੀ ਤਾਂ ਪਹਿਲਾਂ ਹੀ ਦੱਸ ਦਿੰਦੀ। ਹੁਣ ਮੈਂ ਸੀਮਾ ਨੂੰ ਕੀ ਕਹਿੰਦੀ ਕਿ ਰਿਹਾਨ ਨੇ ਮੈਨੂੰ ਆਉਣ ਨਹੀਂ ਦਿੱਤਾ। ਪੂਰੇ ਵਿਆਹ 'ਚ ਰਿਹਾਨ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਉਹ ਸਾਰਿਆਂ ਨੇ ਉਖੜਿਆ ਹੀ ਰਿਹਾ। ਵਿਆਹ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ। ਇੱਕ ਦਿਨ ਸੀਮਾ ਘਰੇ ਆਈ ਤੇ ਉਸਨੇ ਦੱਸਿਆ ਕਿ ਉਸਦੀ ਬਹੂ ਤਾਂ ਬਹੁਤ ਚਲਾਕ ਹੈ, ਆਪਣੇ ਅੱਗੇ ਕਿਸੇ ਦੀ ਚੱਲਣ ਹੀ ਨਹੀਂ ਦਿੰਦੀ, ਘਰ ਦੇ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ, ਸਾਰੇ ਕੰਮ ਲਈ ਉਸਨੇ ਨੌਕਰ ਰੱਖ ਲਿਆ ਹੈ। ਜੇਕਰ ਮੈਂ ਉਸਨੂੰ ਕੁਝ ਕਹਿੰਦੀ ਹਾਂ ਤਾਂ ਪਲਟ ਕੇ ਜਵਾਬ ਦਿੰਦੀ ਹੈ। ਹੁਣ ਤਾਂ ਉਹ ਇਹ ਆਖ ਰਹੀ ਹੈ ਕਿ ਉਸਨੇ ਮੇਰੇ ਨਾਲ ਨਹੀਂ ਰਹਿਣਾ, ਉਹ ਵੱਖਰੇ ਘਰ 'ਚ ਰਹੇਗੀ। ਸੀਮਾ ਦੱਸਦੇ ਹੋਏ ਰੋ ਰਹੀ ਸੀ ਤੇ ਆਖ ਰਹੀ ਸੀ ਕਿ ਅਜਿਹਾ ਲੱਗਦਾ ਹੈ ਕਿ ਮੈਨੂੰ ਕਿਸੇ ਦੀ ਬਦਦੁਆ ਲੱਗ ਗਈ ਹੈ। ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਮੈਨੂੰ ਕਿਸ ਦੀ ਬਦਦੁਆ ਲੱਗੀ ਹੈ ਜੋ ਮੈਂ ਇਸ ਨਰਕ 'ਚ ਆ ਗਈ ਤੇ ਜਿਸ ਕਰਕੇ ਮੈਂ ਇਹ ਸਭ ਭੁਗਤ ਰਹੀ ਹਾਂ। ਉਸ ਨੂੰ ਵੀ ਮੇਰੀ ਬਿਲਕੁਲ ਚਿੰਤਾ ਨਹੀਂ ਹੈ। ਉਹ ਤਾਂ ਆਪਣੀ ਜ਼ਿੰਦਗੀ 'ਚ ਆਪਣੇ ਪਤੀ ਨਾਲ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੀ ਹੈ। ਇੱਕ ਦਿਨ ਰਿਹਾਨ ਨੇ ਆ ਕੇ ਆਪਣੀ ਭਾਬੀ ਨੂੰ ਦੱਸਿਆ ਕਿ ਉਸਦੇ ਬੇਟੇ ਘਰ 'ਚ ਬਟਵਾਰਾ ਕਰਨਾ ਚਾਹੁੰਦੇ ਹਨ ਤਾਂ ਰਿਹਾਨ ਦੀ ਭਾਬੀ ਨੇ ਕਿਹਾ ਕਿ ਜੋ ਜਿਵੇਂ ਚਾਹੁੰਦਾ ਹੈ ਉਹ ਉਂਝ ਹੀ ਕਰੇ। ਇਹ ਸੁਣ ਕੇ ਰਿਹਾਨ ਆਪਣੀ ਭਾਬੀ ਨੂੰ ਹੈਰਾਨੀ ਨਾਲ ਦੇਖਣ ਲੱਗਿਆ। ਉਸ ਨੂੰ ਆਪਣੀ ਭਾਬੀ ਤੋਂ ਇਸ ਜਵਾਬ ਦੀ ਉਮੀਦ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਉਸ ਦੀ ਭਾਬੀ ਇਸ ਘਰ 'ਚ ਬਟਵਾਰਾ ਹੋਣ ਨਹੀਂ ਦੇਵੇਗੀ। ਰਿਹਾਨ ਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਭਾਬੀ ਤੇ ਉਸਦੇ ਬੱਚਿਆਂ ਦੇ ਨਾਂ ਕਰ ਦਿੱਤੀ ਸੀ। ਫਿਰ ਅਗਲੇ ਦਿਨ ਘਰ 'ਚ ਦੀਵਾਰ ਹੋ ਗਈ। ਕੁਝ ਦਿਨਾਂ ਬਾਅਦ ਰਿਹਾਨ ਦੀ ਦੋਸਤ ਦੀ ਪਤਨੀ ਸਾਡੇ ਘਰ ਆਈ ਤਾਂ ਉਹ ਮੈਨੂੰ ਪੁੱਛਣ ਲੱਗੀ ਕਿ ਮੈਂ ਰਿਹਾਨ ਨਾਲ ਖੁਸ਼ ਹਾਂ ਤਾਂ ਮੈਂ ਕੋਈ ਜਵਾਬ ਨਾ ਦਿੱਤਾ। ਉਸਨੇ ਮੈਨੂੰ ਦੱਸਿਆ ਕਿ ਰਿਹਾਨ ਆਪਣੀ ਪਹਿਲੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਹਨਾਂ ਦੀ ਲਵ ਮੈਰਿਜ ਹੋਈ ਸੀ, ਪਰ ਰਿਹਾਨ ਦੀ ਭਾਬੀ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਉਹ ਨਹੀਂ ਚਾਹੁੰਦੀ ਸੀ ਕਿ ਰਿਹਾਨ ਆਪਣੀ ਮਰਜ਼ੀ ਨਾਲ ਵਿਆਹ ਕਰੇ। ਉਹ ਆਪਣੀ ਮਰਜ਼ੀ ਦੀ ਲੜਕੀ ਲਿਆਉਣਾ ਚਾਹੁੰਦੀ ਸੀ ਤਾਂ ਕਿ ਉਹ ਜਿਵੇਂ ਚਾਹੇ ਉਸ ਤਰ੍ਹਾਂ ਉਸ ਨੂੰ ਰੱਖੇ। ਉਹ ਹਮੇਸ਼ਾ ਰਿਹਾਨ ਨੂੰ ਆਪਣੀ ਮੁੱਠੀ 'ਚ ਰੱਖਣਾ ਚਾਹੁੰਦੀ ਸੀ ਕਿਉਂਕਿ ਰਿਹਾਨ ਕੋਲ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਸੀ। ਰਿਹਾਨ ਆਪਣੀ ਮਰਜ਼ੀ ਨਾਲ ਵਿਆਹ ਕਰਦਾ ਤਾਂ ਉਹਨਾਂ ਦੇ ਹਿੱਸੇ 'ਚ ਕੁਝ ਨਾ ਆਉਂਦਾ, ਪਰ ਰਿਹਾਨ ਨੇ ਆਪਣੀ ਮਰਜ਼ੀ ਨਾਲ ਹੀ ਵਿਆਹ ਕੀਤਾ। ਵਿਆਹ ਤੋਂ ਬਾਅਦ ਦੋਵੇਂ ਬਹੁਤ ਖੁਸ਼ ਸਨ, ਪਰ ਇਹ ਗੱਲ ਰਿਹਾਨ ਦੀ ਭਾਬੀ ਨੂੰ ਹਜਮ ਨਹੀਂ ਆਉਂਦੀ ਸੀ। ਇੱਕ ਦਿਨ ਰਿਹਾਨ ਕੰਮ ਕਰਕੇ ਬਾਹਰ ਗਿਆ ਹੋਇਆ ਸੀ। ਉਸ ਦੀ ਪਤਨੀ ਘਰੇ ਇਕੱਲੀ ਸੀ। ਫਿਰ ਰਿਹਾਨ ਦੀ ਭਾਬੀ ਨੇ ਆਪਣੇ ਚਾਚੇ ਦੇ ਲੜਕੇ ਨੂੰ ਆਪਣੇ ਘਰ ਬੁਲਾਇਆ ਤੇ ਖੁਦ ਗੁਆਂਢ 'ਚ ਜਾ ਕੇ ਬੈਠ ਗਈ।
ਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਉਸਨੇ ਰਿਹਾਨ ਨੂੰ ਫੋਨ ਕਰਕੇ ਬੁਲਾਇਆ। ਰਿਹਾਨ ਨੇ ਆ ਕੇ ਦੇਖਿਆ ਕਿ ਬਾਹਰੋਂ ਦਰਵਾਜ਼ਾ ਬੰਦ ਹੈ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਗਿਆ ਤਾਂ ਉਸਨੇ ਦੇਖਿਆ ਕਿ ਕੋਈ ਆਦਮੀ ਉਸਦੀ ਪਤਨੀ ਨਾਲ ਬੈਠ ਕੇ ਗੱਲਾਂ ਕਰ ਰਿਹਾ ਸੀ। ਪਿੱਛੋਂ ਉਸਦੀ ਭਾਬੀ ਵੀ ਆ ਗਈ। ਉਸਨੇ ਉਸ 'ਤੇ ਗਲਤ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਤੇ ਕਿਹਾ ਕਿ ਇਹ ਔਰਤ ਸਹੀ ਨਹੀਂ ਹੈ, ਘਰ 'ਚ ਇਕੱਲੇ ਹੋਣ ਦਾ ਫਾਇਦਾ ਉਠਾਉਂਦੀ ਹੈ ਤੇ ਗੈਰ ਮਰਦਾਂ ਨੂੰ ਘਰ ਬੁਲਾਉਂਦੀ ਹੈ। ਆਪਣੀ ਭਾਬੀ ਦੀਆਂ ਗੱਲਾਂ 'ਚ ਆ ਕੇ ਰਿਹਾਨ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਹੋਰ ਵੀ ਕਈ ਗੱਲਾਂ ਦੱਸਣ ਤੋਂ ਬਾਅਦ ਰਿਹਾਨ ਦਾ ਦੋਸਤ ਤੇ ਉਸਦੀ ਪਤਨੀ ਚਲੇ ਗਏ। ਇਸ ਦੌਰਾਨ ਮੈਨੂੰ ਪਤਾ ਲੱਗਿਆ ਕਿ ਮੈਂ ਫਿਰ ਤੋਂ ਗਰਭਵਤੀ ਹਾਂ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ। ਜਦੋਂ ਮੈਂ ਰਿਹਾਨ ਨੂੰ ਦੱਸਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇੰਨੀ ਖੁਸ਼ੀ ਦੀ ਗੱਲ ਹੈ। ਰਿਹਾਨ ਇਹ ਗੱਲ ਸੁਣ ਕੇ ਖੁਸ਼ ਕਿਉਂ ਨਹੀਂ ਹੁੰਦਾ। ਸੀਮਾ ਨੇ ਫਿਰ ਤੋਂ ਮੇਰੇ ਨਾਲ ਉਹੀ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਰਾ ਦਿਨ ਮੇਥੋਂ ਕੰਮ ਕਰਵਾਉਂਦੀ ਸੀ। ਇੱਕ ਦਿਨ ਮੈਂ ਆਪਣੇ ਕਮਰੇ 'ਚ ਆਰਾਮ ਕਰ ਰਹੀ ਸੀ ਕਿ ਸਭਾ ਮੇਰੇ ਕੋਲ ਆਈ ਤੇ ਮੈਨੂੰ ਆਖਣ ਲੱਗੀ ਕਿ ਤੂੰ ਆਪਣੇ ਬੱਚੇ ਨੂੰ ਜਿਉਂਦਾ ਦੇਖਣਾ ਚਾਹੁੰਦੀ ਹੈ ਤਾਂ ਤੂੰ ਮਾਂ ਕੋਲ ਚਲੀ ਜਾ, ਨਹੀਂ ਤਾਂ ਇਹ ਲੋਕ ਫਿਰ ਤੋਂ ਤੇਰੇ ਬੱਚੇ ਨਾਲ ਉਹੀ ਕਰਨਗੇ ਜੋ ਇਹਨਾਂ ਨੇ ਪਹਿਲਾਂ ਕੀਤਾ ਸੀ। ਮੈਂ ਇਹੀ ਕੀਤਾ। ਮੈਂ ਮਾਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਉਹ ਮੈਨੂੰ ਲੈਣ ਆ ਜਾਣ। ਅਗਲੇ ਹੀ ਦਿਨ ਮਾਂ ਮੈਨੂੰ ਲੈਣ ਆ ਗਈ ਤੇ ਮੈਂ ਉਹਨਾਂ ਨਾਲ ਚਲੀ ਗਈ। ਰਿਹਾਨ ਨੇ ਮੈਨੂੰ ਫੋਨ ਕਰਕੇ ਵਾਪਸ ਬੁਲਾਇਆ, ਪਰ ਮੈਂ ਉਸਦੀ ਗੱਲ ਨਹੀਂ ਮੰਨੀ ਤੇ ਆਪਣੀ ਮਾਂ ਦੇ ਘਰ ਹੀ ਰਹੀ। ਅਚਾਨਕ ਇੱਕ ਦਿਨ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਮੈਂ ਬੇਹੋਸ਼ ਹੋ ਗਈ। ਮੇਰੀ ਮਾਂ ਮੈਨੂੰ ਹਸਪਤਾਲ ਲੈ ਕੇ ਗਈ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਮਾਂ ਨੂੰ ਪੁੱਛਿਆ ਕਿ ਮੇਰਾ ਬੱਚਾ ਕਿਵੇਂ ਹੈ, ਠੀਕ ਤਾਂ ਹੈ ਨਾ। ਮਾਂ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਉਹ ਠੀਕ ਹੈ। ਫਿਰ ਅਸੀਂ ਕੁਝ ਦਿਨਾਂ ਬਾਅਦ ਘਰ ਆ ਗਏ। ਰਿਹਾਨ ਨੂੰ ਜਦੋਂ ਪਤਾ ਲੱਗਿਆ ਕਿ ਉਹ ਪਿਤਾ ਬਣ ਗਿਆ ਹੈ ਤਾਂ ਉਹ ਵੀ ਮੈਨੂੰ ਮਿਲਣ ਆਇਆ। ਉਹਨਾਂ ਨੇ ਆਪਣੇ ਬੱਚੇ ਨੂੰ ਗੋਦ 'ਚ ਉਠਾਇਆ ਤੇ ਉਸ ਨੂੰ ਪਿਆਰ ਕਰਨ ਲੱਗਾ। ਰਿਹਾਨ ਮੈਨੂੰ ਆਪਣੇ ਘਰ ਨਾਲ ਲੈ ਗਿਆ। ਹੁਣ ਉਹਨਾਂ ਦਾ ਵਿਵਹਾਰ ਮੇਰੇ ਨਾਲ ਚੰਗਾ ਹੋ ਚੁੱਕਾ ਸੀ। ਮੈਨੂੰ ਆਪਣੀ ਮਾਂ ਦੇ ਉਹ ਸ਼ਬਦ ਹੁਣ ਯਾਦ ਆ ਰਹੇ ਸਨ ਕਿ ਜੇਕਰ ਤੁਸੀਂ ਬਿਨਾਂ ਕਿਸੇ ਲਾਲਚ ਦੇ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਤੁਹਾਡੇ ਨਾਲ ਚੰਗਾ ਹੋਵੇਗਾ ਤੇ ਤੁਹਾਨੂੰ ਵੀ ਪਿਆਰ ਹੀ ਮਿਲੇਗਾ। ਤੇ ਅੱਜ ਰਿਹਾਨ ਮੈਨੂੰ ਤੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਉਸਨੇ ਆਪਣੇ ਦਿਲ ਦੀ ਗੱਲ ਵੀ ਦੱਸੀ ਕਿ ਉਹ ਕਿਉਂ ਮੈਨੂੰ ਨਹੀਂ ਅਪਣਾ ਰਿਹਾ ਸੀ, ਕਿਉਂਕਿ ਉਸਦੇ ਦਿਲ 'ਚ ਡਰ ਸੀ ਕਿ ਕਿਤੇ ਤੂੰ ਵੀ ਪਹਿਲੀ ਪਤਨੀ ਵਰਗੀ ਹੀ ਨਾ ਨਿਕਲੇ। ਹੁਣ ਰਿਹਾਨ ਨੂੰ ਸਮਝ ਆ ਚੁੱਕੀ ਸੀ ਕਿ ਉਸਦੀ ਭਾਬੀ ਤੇ ਭਤੀਜੀ ਸੀਮਾ ਉਸ ਨੂੰ ਵਰਤ ਰਹੀਆਂ ਸਨ, ਇਸ ਲਈ ਉਸਨੇ ਉਹਨਾਂ ਤੋਂ ਵੀ ਕਿਨਾਰਾ ਕਰ ਲਿਆ ਸੀ। ਸੀਮਾ ਨਹੀਂ ਚਾਹੁੰਦੀ ਸੀ ਕਿ ਮੇਰੇ ਬੱਚਾ ਹੋਵੇ, ਕਿਉਂਕਿ ਜੇਕਰ ਮੇਰੇ ਬੱਚਾ ਹੁੰਦਾ ਤਾਂ ਰਿਹਾਨ ਦੀ ਸਾਰੀ ਜਾਇਦਾਦ ਉਹਨਾਂ ਨੂੰ ਨਾ ਮਿਲਦੀ। ਸਭਾ ਵੀ ਹੁਣ ਮਾਂ ਬਣ ਚੁੱਕੀ ਸੀ ਤੇ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਸੋ ਦੋਸਤੋ, ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ।